ਵਾਰ ਫਿਰ ਤੋਂ ਉਹੀ ਗੱਲ ਦੇਖਣ ਨੂੰ ਮਿਲ ਰਹੀ ਹੈ। ਪੰਜਾਬ 'ਚ ਪੇਪਰ ਹੁੰਦਾ ਹੈ ਪਰ ਉਹ ਲੀਕ ਹੋ ਜਾਂਦਾ ਤੇ ਫਿਰ ਤੋਂ ਜਿਹੜੇ ਬੱਚਿਆਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਪਊਗਾ। ਕੀ ਕਾਰਨ ਰਹੇ ਇਸ ਲੀਕ ਦੇ? ਜਿਹੜੀ ਮੁੱਢਲੀ ਜਾਣਕਾਰੀ ਹੈ ਉਹ 'ਚ ਕੀ ਨਿਕਲ ਕੇ ਸਾਹਮਣੇ ਆ ਰਿਹਾ? ਸਰਕਾਰ ਨੂੰ ਲਗਾਤਾਰ ਵਿਰੋਧੀ ਧਿਰਾਂ ਦਾ ਅਤੇ ਉਹਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਹੀ ਜੇ ਇਮਤਿਹਾਨ ਵੀ ਸਰਕਾਰ ਸਹੀ ਤਰੀਕੇ ਦੇ ਨਾਲ ਨਹੀਂ ਕਰਾ ਪਾ ਰਹੀ, ਤੇ ਜੇ ਇਮਤਿਹਾਨ ਦੇ ਵਿੱਚ ਕੋਈ ਗੜਬੜੀਆਂ ਹੁੰਦੀਆਂ ਨੇ, ਮੀਡੀਆ ਦੇ ਵਿੱਚ ਇਹ ਮਾਮਲੇ ਉੱਠਦੇ ਹੈਗੇ ਨੇ, ਉਸ ਤੋਂ ਬਾਅਦ ਰੌਲਾ ਰੱਪਾ ਪੈਂਦਾ। ਪਿੱਛੇ ਤੁਹਾਨੂੰ ਯਾਦ ਹੋਏਗਾ 10+2 ਦਾ ਵੀ ਇੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਐਗਜ਼ਾਮੀਨੇਸ਼ਨ ਸੀ, ਉਸ ਨੂੰ ਵੀ ਲੀਕ ਹੋਣ ਦੇ ਕਾਰਨ ਰੱਦ ਕਰਨਾ ਪਿਆ ਸੀ। ਸ਼ਾਇਦ ਅੰਗਰੇਜ਼ੀ ਦਾ ਇਮਤਿਹਾਨ ਸੀ। ਸਟੂਡੈਂਟਸ ਵੱਲੋਂ ਤਿਆਰੀ ਕੀਤੀ ਜਾਂਦੀ ਹੈ, ਪ੍ਰੀਖਿਆਰਥੀ ਜਿਹੜੇ ਹੁੰਦੇ ਨੇ, ਐਗਜ਼ਾਮੀਨੀਜ਼ ਹੁੰਦੇ ਨੇ, ਉਹ ਇਸ ਐਲੀਜੀਬਿਲਿਟੀ ਟੈਸਟ ਨੂੰ ਦੇਣ ਲਈ ਕਿੰਨੇ ਸਾਲ ਮਿਹਨਤਾਂ ਕਰਦੇ ਹੈਗੇ ਨੇ। ਇਹੀ ਐਲੀਜੀਬਿਲਿਟੀ ਟੈਸਟ ਹੈ ਜੋ ਕਿ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿਹੜੇ ਅਦਾਰੇ ਹੈਗੇ ਨੇ, ਉਹਨਾਂ ਦੇ ਵਿੱਚ ਆਪਣੀ ਨੌਕਰੀ ਨੂੰ ਕੰਟੀਨਿਊ ਕਰਨ ਦਾ ਇੱਕ ਪੈਮਾਨਾ ਹੁੰਦਾ ਹੈ। ਜਿੰਨੇ ਧਰਨੇ ਮੁਜ਼ਾਹਰੇ ਲੱਗਦੇ, ਟੀਚਰ ਜਿਹੜੇ ਹੁੰਦੇ ਐਗਜ਼ਾਮ ਦੇਣ ਵਾਲੇ, ਜਿਨ੍ਹਾਂ ਦੀ ਭਰਤੀਆਂ ਹੁੰਦੀਆਂ, ਉਹ ਬਹੁਤ ਜ਼ਿਆਦਾ ਧਰਨੇ ਮੁਜ਼ਾਹਰੇ ਲਾਉਂਦੇ ਹੁੰਦੇ ਨੇ, ਸੀਐਮ ਦੇ ਘਰਾਂ ਦਾ ਘਿਰਾਵ ਵੀ ਕਰਦੇ ਹੈਗੇ ਨੇ, ਪਰ ਬਹੁਤ ਲੰਬੇ ਚਿਰ ਤੱਕ ਉਹ ਐਗਜ਼ਾਮ ਨਹੀਂ ਹੁੰਦੇ ਜਾਂ ਉਹਨਾਂ ਦੇ ਨਾਲ ਸਹੀ ਢੰਗ ਨਾਲ ਭਰਤੀ ਨਹੀਂ ਹੋ ਪਾਉਂਦੀ। ਤਾਂ ਤੁਹਾਨੂੰ ਲੱਗਦਾ ਵੀ ਜਿੰਨੇ ਹੁਣ ਤੱਕ ਮੈਜਰਸ ਲਏ ਜਾ ਰਹੇ ਜਾਂ ਟਾਈਮ ਬਾਉਂਡ ਇਹਨੂੰ ਕੀਤਾ ਜਾਊਗਾ ਸਰਕਾਰ ਵੱਲੋਂ? ਦ ਪੰਜਾਬੀ ਲਿੰਕ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸ਼ੁਭਕਰਮਨ ਸਿੰਘ ਢਾਲੀਵਾਲ। ਪੰਜਾਬ ਸਟੇਟ ਟੀਚਰਸ ਐਲੀਜੀਬਿਲਿਟੀ ਟੈਸਟ 2023 ਦਾ ਜਿਹੜਾ ਪੇਪਰ ਸੀ ਉਹ ਲੀਕ ਹੋ ਚੁੱਕਿਆ ਹੈ। ਸਰਕਾਰ ਨੇ 2 ਪ੍ਰੋਫੈਸਰਸ GNDU ਦੇ ਸਸਪੈਂਡ ਵੀ ਕਰ ਦਿੱਤੇ ਨੇ ਤੇ ਪੁਲਿਸ ਪੱਧਰ ਤੇ ਜਾਂਚ ਵੀ ਕਰ ਰਹੀ ਹੈ ਵੀ ਇਹ ਲੀਕ ਕਿਵੇਂ ਹੋਇਆ, ਕਿਵੇਂ ਜਿਹੜੇ ਬੱਚੇ ਸੀਗੇ ਉੱਥੇ ਇੰਨੀ ਤਿਆਰੀ ਕਰਕੇ ਆਏ ਸੀ, ਉਹਨਾਂ ਦਾ ਐਗਜ਼ਾਮ ਕਿਉਂ ਕੈਂਸਲ ਕਰਨਾ ਪਿਆ। ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਕੀ ਜੀ। ਅੱਜ ਅਸੀਂ ਇਸ ਟੌਪਿਕ ਨੂੰ ਐਡਰੈਸ ਕਰਾਂਗੇ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਸਿਲਸਿਲੇਵਾਰ ਆਏ ਵਾਰ ਹੀ ਜਦੋਂ ਐਗਜ਼ਾਮ ਹੁੰਦਾ, ਸਭ ਤੋਂ ਵੱਡਾ ਖਤਰਾ ਤਾਂ ਇਹੀ ਹੁੰਦਾ ਹੈਗਾ ਜਾਂ ਬੱਚਿਆਂ ਨੂੰ ਸਟ੍ਰੈਸ ਇਸ ਗੱਲ ਦਾ ਹੁੰਦਾ ਐਗਜ਼ਾਮ ਤੋਂ ਬਾਅਦ ਵੀ ਲੀਕ ਨਾ ਹੋ ਜਾਏ, ਕਿਤੇ ਫਿਰ ਤੋਂ ਨਾ ਐਗਜ਼ਾਮ ਦੇਣਾ ਪੈ ਜਾਏ। ਇੰਨੇ ਚਿਰ ਤੋਂ ਉਹ ਤਿਆਰੀ ਕਰ ਰਹੇ ਹੁੰਦੇ ਨੇ। ਇੱਕ ਵਾਰ ਫਿਰ ਤੋਂ ਉਹੀ ਗੱਲ ਦੇਖਣ ਨੂੰ ਮਿਲ ਰਹੀ ਹੈ। ਪੰਜਾਬ 'ਚ ਪੇਪਰ ਹੁੰਦਾ ਹੈ ਪਰ ਉਹ ਲੀਕ ਹੋ ਜਾਂਦਾ ਤੇ ਫਿਰ ਤੋਂ ਜਿਹੜੇ ਬੱਚਿਆਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਪਊਗਾ। ਕੀ ਕਾਰਨ ਰਹੇ ਇਸ ਲੀਕ ਦੇ? ਜਿਹੜੀ ਮੁੱਢਲੀ ਜਾਣਕਾਰੀ ਹੈ ਉਹ 'ਚ ਕੀ ਨਿਕਲ ਕੇ ਸਾਹਮਣੇ ਆ ਰਿਹਾ? ਦੇਖੋ ਸ਼ੁਭਕਰਮਨ, ਜਿਵੇਂ ਆਲਰੇਡੀ ਤੁਸੀਂ ਜ਼ਿਕਰ ਕਰ ਚੁੱਕੇ ਹੋ ਕਿ 2 ਪ੍ਰੋਫੈਸਰਸ ਨੂੰ ਸਸਪੈਂਡ ਕੀਤਾ ਗਿਆ ਤੇ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਦਾ, ਇਸ ਕੋਤਾਹੀ, ਇੱਕ ਬਹੁਤ ਵੱਡੇ ਪੱਧਰ ਦੀ ਜਿਹੜੀ ਕੇਅਰਲੈਸਨੈਸ ਇਸ ਨੂੰ ਕਹਿ ਸਕਦੇ ਹਾਂ ਹੋਈ ਹੈ, ਉਸ ਦਾ ਨੋਟਿਸ ਲਿਆ। ਹਾਲਾਂਕਿ ਇਹ ਦੇਖਣ ਦੇ ਵਿੱਚ ਤਾਂ ਇੰਝ ਲੱਗ ਰਿਹਾ ਕਿ ਇੱਕ ਗ੍ਰਾਫਿਕਲ ਮਿਸਟੇਕ ਹੈ, ਜਿਸ ਵਿੱਚ ਕਿ ਜਿਹੜੇ ਮਲਟੀਪਲ ਚੋਇਸ ਕੁਐਸਚਨ ਸੀ ਇਸ ਟੈਟ ਐਗਜ਼ਾਮੀਨੇਸ਼ਨ ਵਿੱਚ ਆਉਣੇ ਸੀ, ਉਹਨਾਂ ਵਿੱਚੋਂ ਸਹੀ ਆਨਸਰਾਂ ਨੂੰ ਹਾਈਲਾਈਟ ਕਰਕੇ ਸਟੂਡੈਂਟਸ ਨੂੰ ਦਿੱਤਾ ਗਿਆ। ਲੇਕਿਨ ਹਰਜਾ ਬਹੁਤ ਜ਼ਿਆਦਾ ਹੁੰਦਾ, ਐਨਰਜੀ ਦਾ ਹਰਜਾ। ਸਟੂਡੈਂਟਸ ਵੱਲੋਂ ਤਿਆਰੀ ਕੀਤੀ ਜਾਂਦੀ ਹੈ, ਪ੍ਰੀਖਿਆਰਥੀ ਜਿਹੜੇ ਹੁੰਦੇ ਨੇ, ਐਗਜ਼ਾਮੀਨੀਜ਼ ਹੁੰਦੇ ਨੇ, ਉਹ ਇਸ ਐਲੀਜੀਬਿਲਿਟੀ ਟੈਸਟ ਨੂੰ ਦੇਣ ਲਈ ਕਿੰਨੇ ਸਾਲ ਮਿਹਨਤਾਂ ਕਰਦੇ ਹੈਗੇ ਨੇ। ਇਹੀ ਐਲੀਜੀਬਿਲਿਟੀ ਟੈਸਟ ਹੈ ਜੋ ਕਿ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿਹੜੇ ਅਦਾਰੇ ਹੈਗੇ ਨੇ, ਉਹਨਾਂ ਦੇ ਵਿੱਚ ਆਪਣੀ ਨੌਕਰੀ ਨੂੰ ਕੰਟੀਨਿਊ ਕਰਨ ਦਾ ਇੱਕ ਪੈਮਾਨਾ ਹੁੰਦਾ ਹੈ। ਸੋ ਉਸ ਪੈਮਾਨੇ ਦੇ ਲਈ ਇਹ ਟੈਸਟ ਬਹੁਤ ਇੰਪੋਰਟੈਂਟ ਹੈ। ਤੇ ਪੰਜਾਬ ਸਰਕਾਰ ਦੇ ਇਸ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਵਿੱਚ ਦੂਸਰਾ ਐਸਾ ਵੱਡਾ ਮਾਮਲਾ ਹੈ। ਹਾਲਾਂਕਿ ਇਹ ਇੱਕ ਬੜੇ ਹੀ ਵਿਆਪਕ ਪੱਧਰ ਦਾ ਐਗਜ਼ਾਮੀਨੇਸ਼ਨ ਹੁੰਦਾ, ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਐਗਜ਼ਾਮੀਨੀਜ਼ ਹੁੰਦੇ ਨੇ। ਲੇਕਿਨ ਇਸ ਤੋਂ ਪਹਿਲਾਂ ਵੀ ਇੱਕ ਬਹੁਤ ਵੱਡਾ ਮਾਮਲਾ ਜੋ ਕਿ ਸਰਕਾਰ ਦੀ ਕੋਤਾਹੀ ਵੀ ਕਹਿ ਸਕਦੇ ਹਾਂ, ਤੇ ਉਸ ਦੇ ਵਿੱਚ ਜਿਹੜੀ ਅਥਾਰਟੀ ਸੀ ਉਹਨਾਂ ਵੱਲੋਂ ਲਗਾਤਾਰ ਕਵਰ ਅਪ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਨਾਇਬ ਤਹਿਸੀਲਦਾਰਾਂ ਦਾ ਰਿਕਰੂਟਮੈਂਟ ਜਿਹੜਾ ਘੁਟਾਲਾ ਸੀ, ਉਹ ਤਾਂ ਇੱਕ ਸਕੈਮ ਸੀ, ਇੱਕ ਬਹੁਤ ਵੱਡਾ ਗੋਰਖ ਧੰਦਾ ਸੀ ਜੋ ਕਿ ਚੱਲਦਾ ਪਿਆ ਸੀ। ਲੇਕਿਨ ਦੇਖਣ ਵਿੱਚ ਆਇਆ ਕਿ ਸਰਕਾਰ ਨੇ ਉਸ ਕੇਸ ਦੇ ਉੱਤੇ ਜਾਂ ਉਸ ਬਹੁਤ ਵੱਡੇ ਪੱਧਰ ਦੀ ਗੜਬੜੀ ਜਿਹੜੀ ਨਾਇਬ ਤਹਿਸੀਲਦਾਰਾਂ ਦੀ ਚੋਣ ਦੇ ਵਿੱਚ, ਉਹਨਾਂ ਦੇ ਨਿਯੁਕਤੀਆਂ ਦੇ ਵਿੱਚ ਹੋਈ ਸੀ, ਉਸ ਦੇ ਉੱਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਸੋ ਬੈਕ ਟੂ ਬੈਕ ਇਹ ਪੰਜਾਬ ਦੇ ਵਿੱਚ 3 ਅਜਿਹੇ ਵੱਡੇ ਐਗਜ਼ਾਮੀਨੇਸ਼ਨ ਹੈਗੇ ਨੇ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਉਸ ਵਕਤ ਮੌਜੂਦਾ ਸਰਕਾਰ ਕਾਰਜਕਾਲ ਉਸ ਦਾ ਸ਼ੁਰੂ ਨਹੀਂ ਸੀ ਹੋਇਆ, ਲੇਕਿਨ ਸਬ ਇੰਸਪੈਕਟਰਾਂ ਦੀ ਜਿਹੜੇ ਭਰਤੀ ਦੇ ਪੇਪਰ ਸੀਗਾ ਉਸ ਨੂੰ ਹੈਕ ਕਰ ਲਿਆ ਗਿਆ ਸੀ। ਆਨਲਾਈਨ ਐਗਜ਼ਾਮੀਨੇਸ਼ਨ ਨੂੰ ਹੈਕ ਕਰ ਲਿਆ ਜਾਂਦਾ ਹੈ। ਉਸ ਤੋਂ ਬਾਅਦ ਨਾਇਬ ਤਹਿਸੀਲਦਾਰਾਂ ਦਾ ਇੱਕ ਸਭ ਤੋਂ ਕ੍ਰਿਟੀਕਲ ਜਿਹੜਾ ਐਗਜ਼ਾਮੀਨੇਸ਼ਨ ਹੈ, ਉਸ ਵਿੱਚ ਸਭ ਤੋਂ ਵੱਡਾ ਘੁਟਾਲਾ ਹੁੰਦਾ ਹੈ, ਜੋ ਕਿ ਕਈ ਮਹੀਨੇ ਤੱਕ ਸਰਕਾਰ ਐਕਨੋਲੇਜ ਨਹੀਂ ਕਰਦੀ। ਬਾਅਦ ਦੇ ਵਿੱਚ ਜਾ ਕੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਉਸ ਚੀਜ਼ ਨੂੰ ਐਡਮਿਟ ਕੀਤਾ। ਤੇ ਹੁਣ ਇਹ ਜਿਹੜਾ ਟੈਟ ਐਗਜ਼ਾਮੀਨੇਸ਼ਨ ਹੈ, ਇਸ ਦੇ ਵਿੱਚ ਜਿਹੜੀ ਗੜਬੜੀ ਹੋਈ ਹੈ, ਸੋ ਸਰਕਾਰ ਦੇ ਉੱਤੇ ਕੁਐਸਚਨ ਉੱਠਣੇ ਲਾਜ਼ਮੀ ਹੈਗੇ ਨੇ ਉਸ ਵਕਤ, ਜਦੋਂ ਕਿ ਬਹੁਤ ਹੋਰ ਅਜਿਹੇ ਫਰੰਟ ਹੈਗੇ ਨੇ, ਲਾਅ ਐਂਡ ਆਰਡਰ ਤੋਂ ਲੈ ਕੇ ਕਈ ਅਜਿਹੇ ਮੁੱਦੇ ਹੈਗੇ ਨੇ ਜਿੱਥੇ ਕਿ ਸਰਕਾਰ ਨੂੰ ਲਗਾਤਾਰ ਵਿਰੋਧੀ ਧਿਰਾਂ ਦਾ ਅਤੇ ਉਹਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਹੀ ਜੇ ਇਮਤਿਹਾਨ ਵੀ ਸਰਕਾਰ ਸਹੀ ਤਰੀਕੇ ਦੇ ਨਾਲ ਨਹੀਂ ਕਰਾ ਪਾ ਰਹੀ, ਤੇ ਜੇ ਇਮਤਿਹਾਨ ਦੇ ਵਿੱਚ ਕੋਈ ਗੜਬੜੀਆਂ ਹੁੰਦੀਆਂ ਨੇ, ਮੀਡੀਆ ਦੇ ਵਿੱਚ ਇਹ ਮਾਮਲੇ ਉੱਠਦੇ ਹੈਗੇ ਨੇ, ਉਸ ਤੋਂ ਬਾਅਦ
ਰੌਲਾ ਰੱਪਾ ਪੈਂਦਾ। ਪਿੱਛੇ ਤੁਹਾਨੂੰ ਯਾਦ ਹੋਏਗਾ 10+2 ਦਾ ਵੀ ਇੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਐਗਜ਼ਾਮੀਨੇਸ਼ਨ ਸੀ ਉਸ ਨੂੰ ਵੀ ਲੀਕ ਹੋਣ ਦੇ ਕਾਰਨ ਰੱਦ ਕਰਨਾ ਪਿਆ ਸੀ, ਸ਼ਾਇਦ ਅੰਗਰੇਜ਼ੀ ਦਾ ਇਮਤਿਹਾਨ ਸੀ। ਸੋ ਇਹ ਲਗਾਤਾਰ ਚੀਜ਼ਾਂ ਹੋ ਰਹੀਆਂ ਨੇ, ਤੇ ਜਦੋਂ ਕਿਸੇ ਵੀ ਮਹਿਕਮੇ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਤੇ ਅਫਸਰਾਂ ਦੀ ਅਣਗਹਿਲੀ ਦੇ ਕਾਰਨ ਇਹ ਹੁੰਦਾ ਹੈ ਤਾਂ ਸਰਕਾਰ ਦੇ ਉੱਤੇ ਉਸ ਦਾ ਦਬਾਅ ਵੀ ਆਉਂਦਾ ਹੈ, ਨਜ਼ਲਾ ਵੀ ਗਿਰਦਾ ਹੈ, ਤੇ ਇਹੀ ਜਵਾਬ ਹੁਣ ਸਰਕਾਰ ਨੂੰ ਦੇਣੇ ਪੈ ਰਹੇ ਨੇ। ਜੀ ਰਿਤੇਸ਼ ਜੀ, ਇਹਦਾ ਕੀ ਕਾਰਨ ਹੈ ਵੀ ਬਹੁਤ ਸਾਲਾਂ ਤੋਂ ਹੀ ਐਂ ਚੱਲਦਾ ਆ ਰਿਹਾ, ਹੁਣ ਨਵੀਂ ਸਰਕਾਰ ਬਣੀ ਹੈ ਇਹਦੇ ਕਾਰਜਕਾਲ ਦੌਰਾਨ ਵੀ ਚੱਲ ਰਿਹਾ? ਕੀ ਸਰਕਾਰਾਂ ਆਮ ਤੌਰ ਤੇ ਇਹੋ ਜਿਹੇ ਐਗਜ਼ਾਮਸ ਬਹੁਤ ਲਾਈਟਲੀ ਲੈ ਲੈਂਦੀਆਂ ਨੇ? ਕਿਉਂਕਿ ਹਾਲਾਂਕਿ ਜ਼ਿੰਮੇਵਾਰੀਆਂ ਡਿਊਟੀਆਂ ਸਭ ਦੀਆਂ ਲੱਗਦੀਆਂ ਨੇ, ਇੰਨਾ ਤਾਮਝਾਮ ਲੱਗ ਕੇ ਸਾਰਾ ਕੁਝ ਪ੍ਰੀਪੇਅਰਡਨੈਸ ਕੀਤੀ ਜਾਂਦੀ ਹੈਗੀ ਹੈ, ਪਰ ਫਿਰ ਵੀ ਐਨ ਮੌਕੇ ਤੇ ਆ ਕੇ ਐਫੀਸ਼ੀਐਂਸੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਲੈਕ ਹੋ ਜਾਂਦਾ, ਤੇ ਬੱਚਿਆਂ ਤੇ ਇਸ ਗੱਲ ਦਾ, ਜਿਹੜੇ ਸਟੂਡੈਂਟਸ ਉੱਥੇ ਐਗਜ਼ਾਮ ਦੇਣਾ ਉਹਨਾਂ ਤੇ ਬਹੁਤ ਵੱਡਾ ਵੈਸੀ ਪ੍ਰੈਸ਼ਰ ਹੁੰਦਾ, ਤੇ ਜਦੋਂ ਇਹੀ ਜੀ ਗੱਲ ਹੋ ਜਾਂਦੀ ਹੈ ਫਿਰ ਹੋਰ ਵੀ ਜ਼ਿਆਦਾ ਡਿਸਅਪੁਆਇੰਟਡ ਹੋ ਜਾਂਦੇ ਨੇ। ਬਿਲਕੁਲ ਠੀਕ ਕਹਿ ਰਹੇ ਤੁਸੀਂ, ਕਿਉਂਕਿ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚੋਂ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਉਹਨਾਂ ਦਾ ਇਸ ਵਕਤ ਇੱਕ ਹੀ, ਮੈਂ ਇਹ ਨਹੀਂ ਕਹਾਂਗਾ ਵੀ ਸਾਰਿਆਂ ਦਾ, ਲੇਕਿਨ ਬਹੁਤਾਤ ਗਿਣਤੀ ਦੇ ਵਿੱਚ ਸਟੂਡੈਂਟ ਨੇ ਜੋ ਕਿ ਇਸ ਵਕਤ ਆਇਲਟਸ ਦੇ ਐਗਜ਼ਾਮੀਨੇਸ਼ਨ ਦੇ ਕੇ ਉਹਨਾਂ ਦਾ ਇਰਾਦਾ ਇਹ ਹੈ ਕਿ ਦੇਸ਼ ਛੱਡ ਕੇ ਤੇ ਆਪਣਾ ਸੂਬਾ ਛੱਡ ਕੇ ਚਲੇ ਜਾਣ, ਵਿਦੇਸ਼ਾਂ ਵਿੱਚ ਜਾ ਕੇ ਵਸਣ। ਇਹ ਇੱਕ ਰਿਵਾਇਤ ਵੀ ਬਣ ਚੁੱਕੀ ਹੈ, ਤੇ ਇਸ ਦਾ ਜਿਹੜਾ ਰੁਝਾਨ ਹੈ ਤੁਹਾਨੂੰ ਪਾਸਪੋਰਟ ਕੇਂਦਰਾਂ ਦੇ ਬਾਹਰ ਜਾਂ ਵੀਜ਼ਾ ਐਪਲੀਕੇਸ਼ਨ ਜਿਹੜੇ ਪ੍ਰੋਸੈਸਿੰਗ ਸੈਂਟਰ ਨੇ ਉਹਨਾਂ ਦੇ ਬਾਹਰ ਤੁਹਾਨੂੰ ਜਿਹੜੀਆਂ ਕਤਾਰਾਂ ਸਟੂਡੈਂਟਸ ਦੀਆਂ ਮਿਲਣਗੀਆਂ, ਉੱਥੇ ਜਾ ਕੇ ਪਤਾ ਲੱਗਦਾ ਵੀ ਇਸ ਵਕਤ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੀ ਚੱਲਦਾ ਪਿਆ, ਪੰਜਾਬ ਦੇ ਵਿੱਚ ਟੂ ਬੀ ਮੋਰ ਪ੍ਰੀਸਾਈਜ਼। ਸੋ ਨੌਜਵਾਨਾਂ ਦੀ ਆਸਾਂ ਉਮੀਦਾਂ ਰੋਜ਼ਗਾਰ ਤੋਂ ਹੁੰਦੀਆਂ ਨੇ, ਨੌਕਰੀਆਂ ਤੋਂ ਹੁੰਦੀਆਂ ਨੇ, ਤੇ ਨੌਕਰੀਆਂ ਲਈ ਇਹ ਇਮਤਿਹਾਨ, ਇਹ ਜਿਹੜੇ ਐਗਜ਼ਾਮੀਨੇਸ਼ਨ ਹੈਗੇ ਨੇ, ਇਹ ਇੱਕ ਪ੍ਰਣਾਲੀ ਬਣੀ ਹੋਈ ਹੈ। ਇਹ ਜਿਹੜੀ ਪ੍ਰਣਾਲੀ ਸਹੀ ਤਰੀਕੇ ਦੇ ਨਾਲ ਕੰਮ ਕਰੇ, ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਅਨਫੋਰਚੂਨੇਟਲੀ ਜਿਹੜੀ ਨਾਮੋਸ਼ੀ ਵੱਧ ਰਹੀ ਹੈ ਲੋਕਾਂ ਦੇ, ਯੰਗ ਲੋਕਾਂ ਦੇ ਮਨਾਂ ਦੇ ਵਿੱਚ, ਉਹ ਇਸ ਤਰੀਕੇ ਦੇ ਫੇਲੀਅਰਸ ਦੇ ਕਾਰਨ, ਇਸ ਨੂੰ ਇੱਕ ਆਪਾਂ ਛੋਟੇ ਜਿਹੇ ਪੇਪਰ ਦੇ ਵਿੱਚ ਇੱਕ ਕਲੈਰੀਕਲ ਜਾਂ ਗ੍ਰਾਫਿਕਲ ਮਿਸਟੇਕ ਨਾ ਮੰਨੀਏ, ਇੱਕ ਬਹੁਤ ਵੱਡਾ ਸੈਟਬੈਕ ਹੈ, ਕਿਉਂਕਿ ਸਾਡੇ ਪੂਰੇ ਦੇ ਪੂਰੇ ਐਗਜ਼ਾਮੀਨੇਸ਼ਨ ਨੂੰ ਕੰਡਕਟ ਕਰਵਾਉਣ ਦੇ ਸਿਸਟਮ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਇਸ ਤਰੀਕੇ ਦੀ ਘਟਨਾ। ਬੇਸ਼ੱਕ ਕਿਸੇ ਅਫਸਰ ਦੀ ਨਲਾਇਕੀ ਹੋ ਸਕਦੀ ਹੈ, ਲੇਕਿਨ ਇੰਝ ਲੱਗਦਾ ਕਿ ਕੀ ਸਰਕਾਰਾਂ ਅੱਜ ਇਮਤਿਹਾਨ ਦਿਵਾਉਣ ਲਈ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਪੱਖੋਂ, ਐਂਟਰੈਂਸ ਐਗਜ਼ਾਮੀਨੇਸ਼ਨ ਨੂੰ ਕਰਾਉਣ ਦੇ ਪੱਖੋਂ ਉਹਨਾਂ ਦੀ ਸਮਰੱਥਾ ਵੀ ਉਨੀ ਬਚੀ ਹੈ, ਜਦੋਂ ਕਿ ਹੁਣ ਤਾਂ ਕਈ ਦਹਾਕੇ ਹੋ ਚੁੱਕੇ ਇਹ ਕੰਪੀਟੀਟਿਵ ਐਗਜ਼ਾਮੀਨੇਸ਼ਨ ਤੇ ਐਂਟਰੈਂਸ ਐਗਜ਼ਾਮੀਨੇਸ਼ਨ ਨੂੰ ਕੰਡਕਟ ਕਰਾਉਣਾ ਬਹੁਤ ਹੀ ਅਲੱਗ-ਅਲੱਗ ਪੜਾਵਾਂ ਵਿੱਚੋਂ ਸਰਕਾਰਾਂ ਗੁਜ਼ਰ ਚੁੱਕੀਆਂ ਨੇ, ਬੜੇ ਵੱਡੇ ਘੁਟਾਲੇ ਵੇਖ ਚੁੱਕੀਆਂ ਨੇ, ਲੇਕਿਨ ਉਸ ਤੋਂ ਬਾਅਦ ਜੇ ਸਬਕ ਨਹੀਂ ਲੈਣ ਨੂੰ ਤਿਆਰ ਹੈਗੇ ਨੇ, ਮਿਲੀ ਭੁਗਤ ਅਜੇ ਵੀ ਹੁੰਦੀ ਹੈਗੀ ਹੈ। ਹਾਲਾਂਕਿ ਇਹ ਸਪੈਸੀਫਿਕ ਕੇਸਿਸ ਨੇ। ਆਹ ਜਿਹੜਾ ਟੈਟ ਦਾ ਕੇਸ ਹੈ, ਇੱਕ ਗ੍ਰਾਫਿਕਲ ਐਰਰ ਹੋ ਸਕਦਾ ਹੈ, ਕਿਸੇ ਅਫਸਰ ਦੀ, ਕਿਸੇ ਜਿਹੜੇ ਛਪਾਈ ਦੇ ਵਿੱਚ ਨਾ ਐਗਜ਼ਾਮੀਨੇਸ਼ਨ ਪੇਪਰਸ ਨੂੰ ਜਿਹੜੇ ਛਪਾਉਣ ਵਾਲੇ, ਪ੍ਰਿੰਟਿੰਗ ਕਰਨ ਵਾਲੇ ਲੋਕ ਸੀ, ਉਹਨਾਂ ਦੀ ਗਲਤੀ ਹੋ ਸਕਦੀ ਹੈ। ਲੇਕਿਨ ਤੁਸੀਂ ਇਹ ਸੋਚੋ ਵੀ ਸੈਂਟੀਮੈਂਟ ਕੀ ਟਰੈਵਲ ਕੀਤਾ, ਕਿ ਇੱਕ ਸਿੰਪਲ ਜਿਹਾ ਸਧਾਰਨ ਜਿਹਾ ਪੇਪਰ ਕਰਾਉਣਾ ਸੀ, ਉਹ ਪੇਪਰ ਵੀ ਤੁਸੀਂ ਠੀਕ ਤਰੀਕੇ ਦੇ ਨਾਲ ਨਹੀਂ ਕਰਾ ਪਾਏ। ਲੇਕਿਨ ਇਸ ਤੋਂ ਪਹਿਲਾਂ ਜਿਹੜਾ ਨਾਇਬ ਤਹਿਸੀਲਦਾਰਾਂ ਦਾ ਇੱਕ ਬਹੁਤ ਵੱਡਾ ਘੁਟਾਲਾ, ਮੈਂ ਚਾਹਾਂਗਾ ਕਿ ਆਪਾਂ ਆਪਣੇ ਦਰਸ਼ਕਾਂ ਨੂੰ, ਲਿਸਨਰਸ ਨੂੰ, ਵਿਊਅਰਸ ਨੂੰ ਇਹ ਜ਼ਰੂਰ ਦੱਸੀਏ ਕਿ ਉਹਦੇ ਵਿੱਚ ਹੋਇਆ ਕੀ ਸੀ। ਤੁਸੀਂ ਵੇਖੋ, ਪੰਜਾਬ ਦੇ ਵਿੱਚ ਤਕਰੀਬਨ 78 ਤੋਂ ਵੱਧ ਨਾਇਬ ਤਹਿਸੀਲਦਾਰ ਅਪਾਇੰਟ ਕੀਤੇ ਜਾਣੇ ਸੀ। ਉਹ ਨਾਇਬ ਤਹਿਸੀਲਦਾਰਾਂ ਲਈ ਸਭ ਤੋਂ ਔਖਾ ਐਗਜ਼ਾਮੀਨੇਸ਼ਨ, ਪੰਜਾਬ ਦਾ ਸਭ ਤੋਂ ਵੱਡਾ ਅਦਾਰਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ, ਜੋ ਕਿ ਕੰਡਕਟ ਕਰਾਉਂਦਾ ਹੈ। ਇੱਕ ਕਨਸਟੀਟਿਊਸ਼ਨਲ ਇਸ ਦਾ ਇੱਕ ਮੁਖੀ ਹੁੰਦਾ ਹੈ, ਤੇ ਇਸ ਦੇ ਮੈਂਬਰ ਹੁੰਦੇ ਨੇ, ਜੋ ਕਿ 5 ਸਾਲ ਦੀ ਟਰਮ ਲਈ ਚੁਣੇ ਜਾਂਦੇ ਨੇ। 5 ਜਾਂ 6 ਸਾਲ ਤੋਂ ਪਹਿਲਾਂ ਉਹਨਾਂ ਨੂੰ ਹਟਾਇਆ ਨਹੀਂ ਜਾ ਸਕਦਾ। ਸੋ ਬਹੁਤ ਵੱਡਾ ਅਦਾਰਾ ਹੁੰਦਾ ਹੈ, ਉਸਨੇ ਪੇਪਰ ਕੰਡਕਟ ਕਰਾਉਣਾ ਹੁੰਦਾ। ਲੇਕਿਨ ਤੁਸੀਂ ਕੋਤਾਹੀ ਦੇਖੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ, ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ, ਕਿ ਉਸ ਕੇਸ ਦੇ ਵਿੱਚ ਤੁਸੀਂ ਬੇਸਿਕ ਜੈਮਰਸ ਜਿਹੜੇ ਹੁੰਦੇ ਨੇ, ਯਾਨੀ ਕਿ ਤੁਸੀਂ ਆਪਣੇ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਜੈਮਰਸ ਨਹੀਂ ਲਗਾਏ। ਤੁਸੀਂ ਜਿਹੜੀ ਪ੍ਰੋਪਰ, ਜਿਸ ਨੂੰ ਕਹਿੰਦੇ ਕਿ ਤੁਸੀਂ ਸਕਰੀਨਿੰਗ ਕਰਨੀ ਹੁੰਦੀ ਹੈ, ਤੁਸੀਂ ਪ੍ਰੋਪਰ ਸਕਰੀਨ ਕਰਨਾ ਹੁੰਦਾ ਕਿਸੇ ਦੇ ਸਰੀਰ ਨੂੰ, ਕੋਈ ਮੈਟੈਲਿਕ ਆਬਜੈਕਟ ਹੁੰਦਾ ਹੈ, ਤੁਹਾਡੇ ਕੋਲ ਡਿਟੈਕਟਰਸ ਹੋਣੇ ਚਾਹੀਦੇ ਨੇ। ਅੱਜ ਕੱਲ੍ਹ ਆਮ ਹੋ ਰਿਹਾ ਐਂਟਰੈਂਸ ਐਗਜ਼ਾਮੀਨੇਸ਼ਨ ਜਾਂ ਕੰਪੀਟੀਟਿਵ ਐਗਜ਼ਾਮੀਨੇਸ਼ਨ ਜਿੱਥੇ ਵੀ ਹੁੰਦਾ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉੱਥੇ ਜੈਮਰਸ ਲਾਏ ਜਾਂਦੇ ਨੇ, ਉੱਥੇ ਸਕੈਨਰਸ ਲਾਏ ਜਾਂਦੇ ਨੇ, ਇਹ ਸਾਰੀਆਂ ਚੀਜ਼ਾਂ ਉੱਥੋਂ ਨਿਤਾਰਤ ਸੀ। ਸੋ ਇੱਕ ਨਾਇਬ ਤਹਿਸੀਲਦਾਰ ਦਾ ਐਗਜ਼ਾਮੀਨੇਸ਼ਨ ਹੋਇਆ ਤੇ ਉਸ 'ਚੋਂ ਬੇਸਿਕ ਚੀਜ਼ਾਂ ਗਾਇਬ ਸੀ। ਨਤੀਜਾ ਕੀ ਤੁਸੀਂ ਦੇਖੋ ਹੋਇਆ ਕਿ ਉੱਥੇ ਇੱਕ ਪਿੰਡ ਦੇ ਮੁਨਕ ਤੇ ਜਿਹੜਾ ਪਾਤਣਾ, ਇਹ 2 ਇਲਾਕੇ ਸਨ। ਮੁਨਕ ਤੇ ਪਾਤਣਾ ਦੇ ਤਕਰੀਬਨ ਪਹਿਲੇ 20 ਟੌਪਰ ਦੇ ਵਿੱਚੋਂ 9 ਜਿਹੜੇ ਕੈਂਡੀਡੇਟ ਸੀ ਇਹਨਾਂ ਇਲਾਕਿਆਂ ਤੋਂ, ਤੇ ਇਹਨਾਂ ਦੇ ਵਿੱਚੋਂ ਵੀ 1 ਜਾਂ 2 ਪਿੰਡਾਂ ਦੇ ਹੀ ਸਨ। ਸੋ ਜਦੋਂ ਐਡਾ ਵੱਡਾ, ਅੱਛਾ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਪਬਲਿਕ ਸਰਵਿਸ ਕਮਿਸ਼ਨ ਆਪਣੀ ਜਿਹੜੀ ਲਿਸਟ ਹੈ, ਯਾਨੀ ਕਿ ਟੌਪਰਸ ਦੀ ਸੂਚੀ ਹੈ, ਉਸ ਨੂੰ ਪਬਲਿਕ ਨਹੀਂ ਕਰਦੀ ਹੈ। ਜਿਹੜੇ ਕੈਂਡੀਡੇਟਸ ਹੁੰਦੇ ਨੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਟੌਪਰਾਂ ਦੀ ਸੂਚੀ ਦੇ ਨਾਂ ਦੱਸੋ। ਤੇ ਸਰਕਾਰ ਦੀ ਭੂਮਿਕਾ ਦੇਖੋ, ਸਰਕਾਰ ਇਸ ਦੇ ਵਿੱਚ, ਸਰਕਾਰ ਦਾ ਕੋਈ ਰੋਲ ਹੀ ਨਹੀਂ ਸੀਗਾ। ਮੁੱਖ ਮੰਤਰੀ ਭਗਵੰਤ ਮਾਨ ਸੀ, ਪਾਰਦਰਸ਼ਿਤਾ ਦੀ ਗੱਲ, ਟਰਾਂਸਪੇਰੈਂਸੀ ਦੀ ਗੱਲ ਕਰਦੇ। ਦੇਰ ਵਾਜ਼ ਐਬਸੋਲੂਟਲੀ ਨੋ ਇੰਟਰਫੇਰੈਂਸ ਫਰੋਮ ਦ ਗਵਰਨਮੈਂਟਸ ਪਾਰਟ। ਤੇ ਹੋਇਆ ਕਿ
ਰੌਲਾ ਰੱਪਾ ਪਿਆ। ਟੌਪਰਾਂ ਦੀ ਜਦੋਂ ਸੂਚੀ ਜਾਰੀ ਕੀਤੀ ਤੇ ਟੌਪਰਾਂ ਦੀ ਸੂਚੀ ਵਿੱਚ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਵੀ ਐਸਾ ਕੀ ਸੀ ਮੂਨਕ ਤੇ ਪਾਤਣਾ ਦੀ ਧਰਤੀ ਦੇ ਵਿੱਚ ਜਾਂ ਉੱਥੋਂ ਦੇ ਪਾਣੀ ਦੇ ਵਿੱਚ ਵੀ ਪਹਿਲੇ 20 ਟੌਪਰਾਂ ਦੇ ਵਿੱਚੋਂ 9 ਟੌਪਰ 2 ਇਲਾਕਿਆਂ ਦੇ ਕੁਝ ਪਿੰਡਾਂ ਤੋਂ ਵੀ ਚੁਣ ਲਏ ਗਏ। ਇਸ ਤੋਂ ਬਾਅਦ ਵੀ ਇਸ ਘਟਨਾ ਦੇ ਹੋਣ ਤੋਂ ਬਾਅਦ ਵੀ ਨਾ ਤਾਂ ਗਵਰਨਮੈਂਟ ਨੇ ਇੰਟਰਫੇਅਰ ਕੀਤਾ, ਨਾ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਪਣੇ ਕੋਰਸ ਨੂੰ ਕਰੈਕਟ ਕੀਤਾ। ਇਸ ਚੀਜ਼ ਲਈ ਉਹ ਬਜ਼ਿਦ ਰਹੇ, ਅੜੇ ਰਹੇ ਕਿ ਨਹੀਂ ਸਾਡਾ ਐਗਜ਼ਾਮੀਨੇਸ਼ਨ ਠੀਕ ਹੋਇਆ, ਜਦ ਕਿ ਚੀਖ ਕੇ ਰੌਲਾ ਪਾਇਆ ਗਿਆ, ਉਮੀਦਵਾਰਾਂ ਨੇ ਰੌਲਾ ਪਾਇਆ, ਸੂਚੀਆਂ ਦਿਖਾਈਆਂ ਗਈਆਂ, ਮੀਡੀਆ ਦੇ ਵਿੱਚ ਵੀ ਚਰਚਾਵਾਂ ਹੋਈਆਂ, ਲੇਕਿਨ ਸਰਕਾਰ ਨੇ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਕੀ ਹੁੰਦਾ ਹੈ? ਅੱਜ ਮੈਂ ਬਿਆਨ ਸੁਣਦਾ ਪਿਆ ਸੀਗਾ, ਜਿਹੜੇ ਹਰਜੋਤ ਬੈਂਸ ਹੈਗੇ ਨੇ ਸਿੱਖਿਆ ਮੰਤਰੀ, ਕਹਿ ਰਹੇ ਹੈਗੇ ਨੇ ਕਿ ਜਿਹੜਾ ਅੱਗੇ ਤੋਂ ਅਸੀਂ ਕੋਈ ਸ਼ਾਇਦ ਕਾਨੂੰਨ ਲਿਆਉਣ ਦੀ ਗੱਲ ਕਰ ਰਹੇ ਨੇ ਜਾਂ ਕੋਈ ਇਸ ਤਰੀਕੇ ਦੀ ਮੱਦ ਲਿਆਵਾਂਗੇ ਜੀ, MOU ਸਾਈਨ ਕਰਾਂਗੇ ਥਰਡ ਪਾਰਟੀ ਨਾਲ ਤਾਂ ਕਿ ਕੈਂਡੀਡੇਟਸ ਨੂੰ ਸਫਰ ਨਾ ਕਰਨਾ ਪਵੇ। ਉਹ ਕਿਉਂ ਸਫਰ ਕਰਨ? ਕਿਉਂਕਿ GNDU ਨੇ ਹੁਣ ਕਹਿ ਦਿੱਤਾ ਹੈ ਵੀ ਉਹ ਅਗਲਾ ਐਗਜ਼ਾਮੀਨੇਸ਼ਨ ਫ੍ਰੀ ਆਫ ਕਾਸਟ ਕਰਨਗੇ। ਹਾਂ, ਫ੍ਰੀ ਆਫ ਕਾਸਟ ਕਰਨਗੇ। ਹੁਣ ਤੁਸੀਂ ਜਿਹੜਾ ਨਾਇਬ ਤਹਿਸੀਲਦਾਰਾਂ ਵਾਲਾ ਕੇਸ ਨੂੰ ਐਗਜ਼ਾਮਿਨ ਕਰੋ, ਸਰਕਾਰਾਂ ਢੀਠ ਬਣ ਕੇ ਕੋਈ ਐਕਸ਼ਨ ਨਹੀਂ ਲੈਂਦੀਆਂ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਢੀਠ ਬਣ ਕੇ ਆਪਣੇ ਇਮਤਿਹਾਨ ਨੂੰ ਸਹੀ ਸਾਬਤ ਕਰਨ ਲਈ ਅੜਿਆ ਰਹਿੰਦਾ ਹੈ। ਸਟੂਡੈਂਟ ਸੜਕਾਂ ਤੇ ਆ ਚੁੱਕੇ ਹੁੰਦੇ ਨੇ, ਬਾਅਦ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਜਿਹੜੇ ਵਿਸਲ ਬਲੋ ਸਟੂਡੈਂਟ ਸੀ ਉਹਨਾਂ ਨੂੰ ਗ੍ਰਿਫਤਾਰ ਤੱਕ ਪੰਜਾਬ ਪੁਲਿਸ ਨੇ ਕੀਤਾ। ਇਸ ਸਭ ਦੇ ਚੱਲਦਿਆਂ ਪੰਜਾਬ ਪੁਲਿਸ ਤੇ ਪਟਿਆਲਾ ਪੁਲਿਸ ਦਾ CIA ਸੈੱਲ, ਉਸ ਨੂੰ ਕੋਈ ਭਿਣਕ ਮਿਲਦੀ ਹੈ ਤੇ ਉਹ ਇਸ ਮਾਮਲੇ ਦੇ ਵਿੱਚ ਧਰ ਪਕੜ ਕਰਨੀ ਸ਼ੁਰੂ ਕਰਦਾ ਹੈ ਤੇ ਉਹ ਤਕਰੀਬਨ 1 ਦਰਜਨ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦਾ ਹੈ। ਕਿਸ ਚੱਕਰ ਦੇ ਵਿੱਚ? ਉਹਨਾਂ ਦਾ ਮੋਡਸ ਆਪਰੈਂਡੀ ਕੀ ਹੋਇਆ ਹੁੰਦਾ ਹੈ? ਉਹਨਾਂ ਨੇ GSM ਫੋਨ ਦੇ ਜ਼ਰੀਏ ਜਿਹੜੇ ਬਲੂਟੂਥ ਡਿਵਾਈਸਿਸ ਦੇ ਬਡਸ ਜਿਹੜੇ ਸੀ ਆਪਣੇ ਕੰਨਾਂ 'ਚ ਪਾਏ। ਉਹਨਾਂ ਨੂੰ ਪਤਾ ਸੀ ਕਿ ਕੋਈ ਇੱਥੇ ਸਕੈਨਰਸ ਨਹੀਂ ਲੱਗੇ ਹੋਏ, ਕੋਈ ਜੈਮਰਸ ਨਹੀਂ ਹੈਗੇ ਨੇ। ਉਹ ਲੋਕ ਜਾਂਦੇ ਨੇ, ਬੈਠਦੇ ਨੇ, ਇਮਤਿਹਾਨ ਦਿੰਦੇ ਨੇ। ਉਹਨਾਂ ਦੇ ਕੋਲ ਪਤਾ ਨਹੀਂ ਕਿਹੜੇ ਇਕਵਿਪਮੈਂਟ ਸੀ, ਉਹ ਜਾਂਦੇ ਨੇ, ਨਾਲ ਦੇ ਨਾਲ ਉਹਨਾਂ ਨੇ ਪੇਪਰ ਦੇ ਜਿਹੜੇ ਸੈੱਟ ਸੀ ਉਹਨਾਂ ਨੂੰ ਸਕੈਨ ਕੀਤਾ। ਉਹਨਾਂ ਕੋਲ ਕੈਮਰੇ ਸੀ ਹਾਈ ਐਂਡ। ਉਹ ਜਿਹੜੀ ਪੂਰੀ ਦੀ ਪੂਰਾ ਡੇਟਾ ਸੀ ਬਾਹਰ ਗੱਡੀਆਂ ਦੇ ਵਿੱਚ ਜਾਂ ਵੈਨਾਂ ਦੇ ਵਿੱਚ ਬੈਠੇ ਕੁਝ ਜਿਹੜੇ ਐਕਸਪਰਟ ਸੀ ਉਹਨਾਂ ਨੇ ਪੇਪਰ ਸੋਲਵ ਕਰਕੇ ਜਿਹੜੀਆਂ ਆਨਸਰ ਕੀ ਸੀ ਉਹ ਇਹਨਾਂ ਪੇਪਰਾਂ ਦੇ ਵਿੱਚ ਬੈਠੇ ਇਹ ਸਟੂਡੈਂਟ ਜੋ ਕਿ 20-25 ਲੱਖ ਰੁਪਇਆ ਦੇ ਕੇ ਇਮਤਿਹਾਨ ਦੇ ਰਹੇ ਸੀ, ਮੂਨਕ ਤੇ ਪਾਤਣਾ ਦੇ ਖਾਸ ਕਰਕੇ 2 ਇਲਾਕਿਆਂ ਦੇ ਜ਼ਿਆਦਾਤਰ ਸਟੂਡੈਂਟ ਸਨ, ਉਹਨਾਂ ਤੱਕ ਪਹੁੰਚਾਤੀਆਂ। ਇਹ ਇਨਫੋਰਮੇਸ਼ਨ ਵੀ ਬਲੂਟੂਥ ਦੇ ਜ਼ਰੀਏ ਐਗਜ਼ਾਮੀਨੇਸ਼ਨ ਸੈਂਟਰ ਦੇ ਕੇਂਦਰਾਂ ਦੇ ਅੰਦਰ ਬੈਠੇ ਹੋਏ ਸਟੂਡੈਂਟ ਤੱਕ ਬਾਹਰ ਦੀਆਂ ਗੱਡੀਆਂ ਦੇ ਵਿੱਚ ਖੜੇ ਹੋਏ ਐਕਸਪਰਟ ਉਹਨਾਂ ਨੂੰ ਪਹੁੰਚਾ ਰਹੇ ਨੇ। ਡੇਟਾ ਦੀ ਟਰਾਂਸਮਿਸ਼ਨ ਹੋ ਰਹੀ ਹੈ। ਐਡਾ ਵੱਡਾ ਕਪੜਾ ਹੋ ਗਿਆ ਤੇ ਸਰਕਾਰਾਂ ਚੁੱਪ ਰਹੀਆਂ, PPSC ਚੁੱਪ ਰਹੀ। ਉਸ ਤੋਂ ਬਾਅਦ ਫਾਈਨਲੀ ਜਿਹੜੇ ਕੈਂਡੀਡੇਟ ਸੀ ਜਿਹੜੇ ਕਿ ਸਫਲ ਨਹੀਂ ਹੋ ਪਾਏ ਸੀ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਸਾਲ ਬਾਅਦ ਤਾਂ ਇਹ ਨਾਇਬ ਤਹਿਸੀਲਦਾਰ ਦਾ ਪੇਪਰ ਹੋਇਆ ਸੀ। ਬਹੁਤ ਸੇ ਅਜਿਹੇ ਬ੍ਰਿਲੀਅੰਟ ਸਟੂਡੈਂਟ ਹੈਗੇ ਨੇ, ਟੌਪਰਸ ਹੈਗੇ ਨੇ ਜੋ ਕਿ ਚਾਹੁੰਦੇ ਸੀ ਕਿ ਅਸੀਂ ਇਹ ਐਗਜ਼ਾਮੀਨੇਸ਼ਨ ਦਈਏ ਤੇ ਕਲੀਅਰ ਕਰੀਏ। ਉਹ ਨਹੀਂ ਉਹਨਾਂ ਦਾ ਨੰਬਰ ਲੱਗ ਸਕਿਆ ਕਿਉਂਕਿ ਨਕਲ ਮਾਰਨ ਵਾਲੇ ਜਿਹੜੇ ਸੀਗੇ, ਘਪਲਾ ਕਰਨ ਵਾਲੇ ਲੋਕ ਸੀ, ਉਹਨਾਂ ਦੀ ਚੋਣ ਹੋ ਗਈ। ਉਸ ਤੋਂ ਬਾਅਦ ਉਹ ਲੋਕਾਂ ਨੂੰ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅੱਜ ਇੱਕ ਪਟੀਸ਼ਨ ਪਾਉਣ ਲਈ ਤੁਹਾਨੂੰ ਘੱਟੋ ਘੱਟ 25-30 ਮੈਂ ਮਿਨੀਮਮ ਦੱਸ ਰਿਹਾ, ਤੁਹਾਨੂੰ 50 ਹਜ਼ਾਰ ਦੀਆਂ ਜਿਹੜੀਆਂ ਫੀਸਾਂ ਵਕੀਲਾਂ ਨੂੰ ਦੇਣੀਆਂ ਪੈਂਦੀਆਂ। ਰਿਟ ਪਟੀਸ਼ਨ ਪੈਂਦੀ ਹੈ ਜੀ ਹਾਈ ਕੋਰਟ ਦੇ ਵਿੱਚ। ਤੁਸੀਂ ਪੰਜਾਬ ਸਰਕਾਰ ਦਾ PPSC ਦਾ ਹਾਲ ਦੇਖ ਲਓ। ਕੈਂਡੀਡੇਟਸ ਰਿਟ ਪਟੀਸ਼ਨ ਪਾਉਂਦੇ ਨੇ ਹਜ਼ਾਰਾਂ ਰੁਪਏ ਵਕੀਲਾਂ ਦੀ ਫੀਸ ਦੇ ਕੇ, ਜਦੋਂ ਕਿ ਉੱਧਰ ਪਟਿਆਲੇ ਦਾ CIA ਸੈੱਲ ਹੈ ਧਰ ਪਕੜ ਕਰ ਰਿਹਾ ਹੁੰਦਾ ਹੈ ਗੋਰਖ ਧੰਦਾ ਕਰਨ ਵਾਲੇ, ਇਹਨਾਂ ਕਪੜਾ ਕਰਨ ਵਾਲੇ ਲੋਕਾਂ ਦੀ। ਉਸ ਤੋਂ ਬਾਅਦ ਫਾਈਨਲੀ ਇੱਕ ਦਿਨ ਇੱਕ ਅੱਧੇ ਮਹੀਨੇ ਪਹਿਲੇ ਦੀ ਸ਼ਾਇਦ ਗੱਲ ਹੈ, ਇੱਕ ਦਿਨ ਚੁੱਪ ਚਪੀਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਬਿਆਨ ਦੇ ਦਿੰਦੀ ਹੈ ਕਿ ਜੀ ਉਹ ਤਾਂ ਪੇਪਰ ਜਿਹੜਾ ਨਾਇਬ ਤਹਿਸੀਲਦਾਰਾਂ ਦਾ ਸੀ ਉਹ ਤਾਂ ਅਸੀਂ ਦੁਬਾਰਾ ਕਰਾਵਾਂਗੇ, ਉਹ ਤਾਂ ਖਤਮ ਕਰਤਾ ਸੀ, ਰੱਦ ਕਰਤਾ, ਬਿਨਾਂ ਕਿਸੇ ਚੀਜ਼ ਦੇ ਗੱਲਬਾਤ ਕੀਤੇ, ਕੋਈ ਅਨਾਉਂਸਮੈਂਟ ਕੀਤੇ। ਪੁਲਿਸ ਨੇ ਤਾਂ ਆਪਣੀ ਕਾਰਵਾਈ ਕਰ ਲਈ। CIA ਜਿਹੜਾ ਪਟਿਆਲੇ ਦਾ ਸੈੱਲ ਹੈ ਉਹ ਤਾਂ ਮੱਚ ਬੈਟਰ ਨਿਕਲੇ ਇਸ ਪੰਜਾਬ ਦੀ ਗਵਰਨਮੈਂਟ ਤੋਂ, ਜਿਹਨੇ ਘੱਟੋ ਘੱਟ ਇਹ ਜ਼ਿੰਮੇਵਾਰੀ ਵੀ ਲੈਣਾ ਆਪਣੇ ਉੱਤੇ ਮੁਨਾਸਬ ਨਹੀਂ ਸਮਝਿਆ ਤੇ ਕੈਂਡੀਡੇਟਸ ਨੂੰ ਉਸ ਕੈਂਸਲ ਨੂੰ, ਉਸ ਐਗਜ਼ਾਮੀਨੇਸ਼ਨ ਨੂੰ ਰੱਦ ਕਰਾਉਣ ਲਈ ਹਾਈ ਕੋਰਟ ਦੇ ਦਰਵਾਜ਼ੇ ਖੜਕਾਣੇ ਪਏ। ਇੱਕ ਨਹੀਂ, ਮਲਟੀਪਲ ਪਟੀਸ਼ਨਸ ਫਾਈਲ ਹੋਈਆਂ। ਹਜ਼ਾਰਾਂ ਰੁਪਏ ਲੋਕਾਂ ਨੇ ਸਰਕਾਰ ਜਿਹੜੇ ਵਕੀਲਾਂ ਦੀਆਂ ਫੀਸਾਂ ਦਿੱਤੀਆਂ। ਇਹ ਉਹ ਸਰਕਾਰਾਂ ਅੱਜ ਜਿਹੜੇ ਮੰਤਰੀ ਕਹਿ ਰਹੇ ਹੈਗੇ ਨੇ ਕਿ ਜੇ ਅਸੀਂ ਖਮਿਆਜ਼ਾ ਕਿਵੇਂ ਤੁਸੀਂ ਪੂਰਾ ਕਰੋਗੇ, ਤੁਸੀਂ ਆਪਣੀ ਸਰਕਾਰਾਂ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁੰਦੇ ਹੋ। ਇੱਕ ਬਹੁਤ ਵੱਡਾ ਫੇਲੀਅਰ ਸੀ। ਉਸ ਤੋਂ ਪਹਿਲਾਂ ਜਿਹੜੇ ਸਬ ਇੰਸਪੈਕਟਰਾਂ ਦਾ ਆਨਲਾਈਨ ਪੇਪਰ ਹੈਕ ਹੋਇਆ, ਉਸ ਦੇ ਵਿੱਚ ਵੀ ਇਹੀ ਗੜਬੜਾਂ ਪਾਈਆਂ ਗਈਆਂ ਸੀ। ਸੋ ਲਗਾਤਾਰ ਇੱਕ ਤੋਂ ਬਾਅਦ ਇੱਕ ਬੈਕ ਟੂ ਬੈਕ ਸਵਾਲ ਖੜੇ ਹੋ ਰਹੇ ਹੈਗੇ ਨੇ। ਇਹ ਇਕੱਲਾ ਮੈਂ ਨਹੀਂ ਕਹਾਂਗਾ ਕਿ ਮੌਜੂਦਾ ਸਰਕਾਰ, ਇਵਨ ਪੁਰਾਣੀਆਂ ਸਰਕਾਰਾਂ ਤੋਂ ਦੇ ਸਮਿਆਂ ਤੋਂ ਇੱਕ ਸਿਸਟਮ ਚੱਲਦਾ ਪਿਆ ਹੈ। ਲੇਕਿਨ ਜਦੋਂ ਵੀ ਇਸ ਤਰੀਕੇ ਦੀ ਗੜਬੜੀ ਪਾਈ ਜਾਂਦੀ ਹੈ ਕਿਸੇ ਵੀ ਐਗਜ਼ਾਮੀਨੇਸ਼ਨ ਦੇ ਵਿੱਚ, ਸਰਕਾਰ ਨੂੰ ਫੌਰੀ ਤੌਰ ਦੇ ਉੱਤੇ ਉਸ ਉੱਤੇ ਐਕਸ਼ਨ ਲੈਣ ਦੀ ਲੋੜ ਵੀ ਹੁੰਦੀ ਹੈ ਤੇ ਜੇ ਕੋਈ ਗਲਤੀ ਹੋਈ ਹੈ, ਕਿਸੇ ਅਦਾਰੇ ਤੋਂ ਗਲਤੀ ਹੋਈ ਹੈ, ਉਸ ਨੂੰ ਐਡਮਿਟ ਕਰਨ ਦੀ ਲੋੜ ਵੀ ਹੁੰਦੀ ਹੈ। ਘੱਟੋ ਘੱਟ ਨਾਇਬ ਤਹਿਸੀਲਦਾਰਾਂ ਦਾ ਇੱਕ ਅਜਿਹਾ ਮਾਮਲਾ ਸੀ ਜਿਸ ਵਿੱਚ ਕਿ ਢੀਠ ਬਣ ਕੇ ਮੌਜੂਦਾ ਸਰਕਾਰ ਨੇ ਕੋਈ ਇੰਟਰਫੇਰੈਂਸ ਨਹੀਂ ਕੀਤੀ, ਕੈਂਡੀਡੇਟਸ ਨੂੰ ਆਪਣੇ ਹਾਲ ਤੇ ਛੱਡਤਾ। ਇੱਕ CIA ਦੇ ਥਾਣੇ ਦੇ ਲੈਵਲ ਦੇ ਉੱਤੇ ਫਾਈਨਲੀ ਉਹ ਕੇਸ ਹੱਲ ਹੋਇਆ ਤੇ ਜੇ ਉਹ CIA ਦਾ ਥਾਣਾ ਜਾਂ ਉਹਦੀ ਦੀ ਪੁਲਿਸ ਐਕਟਿਵ ਨਾ ਹੁੰਦੀ ਤਾਂ ਸ਼ਾਇਦ ਉਹ ਲੋਕ ਅੱਜ ਨਾਇਬ ਤਹਿਸੀਲਦਾਰ ਬਣੇ ਹੁੰਦੇ ਤੇ ਉਹਨਾਂ ਦੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀਆਂ ਨੂੰ ਰੱਦ ਕਰਾਉਣ ਲਈ ਸ਼ਾਇਦ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਉਣੇ ਪੈਂਦੇ। ਜੀ ਰਿਤੇਸ਼ ਜੀ, ਜਿਵੇਂ
ਟੈਟ ਦੀ ਗੱਲ ਕਰ ਲਓ, ਹੁਣੇ ਐਗਜ਼ਾਮ ਕੀ ਟਾਈਮ ਬਾਉਂਡ ਤਰੀਕੇ 'ਚ ਉਹਦੇ ਵੀ ਕੋਈ ਆਈ ਹੈ ਦਿਸ਼ਾ ਨਿਰਦੇਸ਼ ਵੀ ਟਾਈਮ ਬਾਉਂਡ ਤਰੀਕੇ 'ਚ ਐਗਜ਼ਾਮ ਹੋ ਜਾਏਗਾ। ਤਾਂ ਜਿੰਨੀ ਗੱਲਾਂ ਟਵੀਟ ਰਾਹੀਂ ਮਿਨਿਸਟਰ ਕਹਿ ਰਹੇ ਨੇ ਹਰਜੋਤ ਮੈਂ ਕਿ ਉਹ ਇਨਫ ਹੈ। ਹਮੇਸ਼ਾ ਹੀ ਦੇਖਿਆ ਗਿਆ ਵੀ ਪ੍ਰੋਐਕਟਿਵ ਅਪਰੋਚ ਦੀ ਬਜਾਏ ਜਦੋਂ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਟਵੀਟਸ ਆਉਂਦੇ ਨੇ, ਉਸ ਤੋਂ ਬਾਅਦ ਐਲਾਨ ਆਉਂਦੇ ਨੇਗੇ। ਕਿਉਂਕਿ ਬਹੁਤ ਵਾਰੀ ਮੈਂ ਦੇਖਿਆ ਵੀ ਕਿੰਨੇ ਧਰਨੇ ਮੁਜ਼ਾਹਰੇ ਲੱਗਦੇ ਉਹਦੇ 'ਚ ਟੀਚਰ ਜਿਹੜੇ ਹੁੰਦੇ ਐਗਜ਼ਾਮ ਦੇਣ ਵਾਲੇ ਜਿਨ੍ਹਾਂ ਦੀ ਭਰਤੀਆਂ ਹੁੰਦੀਆਂ ਉਹ ਬਹੁਤ ਜ਼ਿਆਦਾ ਧਰਨੇ ਮੁਜ਼ਾਹਰੇ ਲਾਉਂਦੇ ਹੁੰਦੇ ਨੇ, ਸੀਐਮ ਦੇ ਘਰਾਂ ਦਾ ਘਿਰਾਵ ਵੀ ਕਰਦੇ ਹੈਗੇ ਨੇ, ਪਰ ਬਹੁਤ ਲੰਬੇ ਲੰਬੇ ਚਿਰ ਤੱਕ ਉਹ ਐਗਜ਼ਾਮ ਨਹੀਂ ਹੁੰਦੇ ਜਾਂ ਉਹਨਾਂ ਦੇ ਨਾਲ ਸਹੀ ਢੰਗ ਨਾਲ ਭਰਤੀ ਨਹੀਂ ਹੋ ਪਾਉਂਦੀ। ਤਾਂ ਤੁਹਾਨੂੰ ਲੱਗਦਾ ਵੀ ਜਿੰਨੇ ਹੁਣ ਤੱਕ ਮੈਜਰਸ ਲਏ ਜਾ ਰਹੇ ਜਾਂ ਟਾਈਮ ਬਾਉਂਡ ਇਹਨੂੰ ਕੀਤਾ ਜਾਊਗਾ ਸਰਕਾਰ ਵੱਲੋਂ? ਦੇਖੋ ਜੀ, ਸਰਕਾਰ ਨੂੰ ਤਾਂ ਕਰਨਾ ਪਏਗਾ ਕਿਉਂਕਿ ਦੇਖੋ ਟੈਟ ਦਾ ਬੜਾ ਇੱਕ ਇੰਪੋਰਟੈਂਟ ਐਲੀਜੀਬਿਲਿਟੀ ਐਗਜ਼ਾਮੀਨੇਸ਼ਨ ਹੈ। ਇਸ ਦੇ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਹੁਣ ਟੀਚਰਸ ਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਬੀਐਡ ਜਾਂ ਕਿਸੇ ਵੀ ਪੋਸਟ ਗ੍ਰੈਜੂਏਟ ਲੈਵਲ ਦੀ ਡਿਗਰੀ ਹੈ, ਉਹ ਡਿਗਰੀਆਂ ਉਹ ਜਿਹੜੇ ਕੁਆਲੀਫਾਈਂਗ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਉਹ ਹੁਣ ਇੱਕ ਸੀਮਿਤ ਪੱਧਰ ਉੱਤੇ ਮੈਟਰ ਕਰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਸਰਕਾਰੀ ਨੌਕਰੀ ਨੂੰ ਹਾਸਲ ਕਰਨ ਲਈ ਟੈਟ ਦਾ ਐਗਜ਼ਾਮ ਕਲੀਅਰ ਕਰਨਾ ਹੀ ਪੈਣਾ ਪੰਜਾਬ ਦੇ ਵਿੱਚ। ਸੋ ਇਹ ਬਹੁਤ ਇੰਪੋਰਟੈਂਟ ਐਗਜ਼ਾਮੀਨੇਸ਼ਨ ਹੈ, ਇਸ ਨੂੰ ਦੁਬਾਰਾ ਕੰਡਕਟ ਕਰਾ ਜਾਏਗਾ। ਇੱਕ ਕਲੈਰੀਕਲ ਤੇ ਗ੍ਰਾਫਿਕਲ ਐਰਰ ਹੋਏਗਾ, ਇਸ ਦੇ ਵਿੱਚ ਜਵਾਬਦੇਹੀ ਤਾਂ ਚਲੋ ਸਰਕਾਰ ਮੁਕਰਰ ਕਰ ਦੇਗੀ, ਲੇਕਿਨ ਵੱਡਾ ਸਵਾਲ ਇਹ ਹੈ ਕਿ ਇਸ ਪ੍ਰਣਾਲੀ ਤੋਂ ਸਾਡੇ ਪ੍ਰੀਖਿਆਵਾਂ ਲੈਣ ਦੀ ਜਿਹੜਾ ਸਿਸਟਮ ਹੈ, ਐਗਜ਼ਾਮੀਨੇਸ਼ਨ ਨੂੰ ਕੰਡਕਟ ਕਰਵਾਉਣ ਦਾ ਸਿਸਟਮ ਹੈ, ਇਸ ਦੇ ਵਿੱਚ ਜਿਹੜੀਆਂ ਕਮੀਆਂ ਖਾਮੀਆਂ ਨੇ ਉਸ ਦਾ ਫਾਇਦਾ ਚੁੱਕਣ ਲਈ ਮਾਫੀਆ ਵੀ ਤਿਆਰ ਬੈਠਾ ਹੈ। ਉਸ ਦਾ ਫਾਇਦਾ ਚੁੱਕਣ ਲਈ ਉਹ ਲੋਕ ਜੋ ਕਿ ਹਮੇਸ਼ਾ ਹੀ ਪੁੱਠੇ ਸਿੱਧੇ ਤਰੀਕੇ ਦੇ ਨਾਲ ਇਮਤਿਹਾਨ ਦਵਾ ਕੇ ਆਪਣੇ ਕੈਂਡੀਡੇਟਸ ਨੂੰ ਜਿਹੜਾ ਹੈ ਪਾਸ ਕਰਵਾਉਣਾ ਚਾਹੁੰਦੇ ਨੇ ਜਾਂ ਕਹਿ ਲਓ ਵੀ ਮੈਰਿਟ ਲਿਸਟ ਦੇ ਵਿੱਚ ਲੈਣਾ ਚਾਹੁੰਦੇ ਨੇ, ਉਹ ਲੋਕ ਬੈਕ ਟੂ ਬੈਕ ਕਾਮਯਾਬ ਹੋ ਰਹੇ ਨੇ। ਤੇ ਮੰਨ ਕੇ ਚੱਲੀਏ ਇਕੱਲੇ ਪੰਜਾਬ ਦੀ ਨਹੀਂ, ਇਹ ਪੂਰੇ ਰੀਜਨ ਦੀ ਬੜੀ ਵੱਡੀ ਸਮੱਸਿਆ ਹੈ। ਪੰਜਾਬ ਦੇ ਨਾਲ ਗੁਆਂਢੀ ਰਾਜ ਹੈ ਹਰਿਆਣਾ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਜਿਹੜਾ ਪੇਪਰ ਲੀਕ ਮਾਫੀਆ ਕੰਮ ਕਰਦਾ। ਨਾਟ ਓਨਲੀ ਪੇਪਰ ਲੀਕ ਮਾਫੀਆ, ਈਵਨ ਆ ਜਿਹੜਾ ਨਾਇਬ ਤਹਿਸੀਲਦਾਰਾਂ ਦਾ ਘੁਟਾਲਾ ਹੋਇਆ, ਉਸ ਤੋਂ ਪਹਿਲਾਂ ਜਿਹੜੇ ਇੰਸਪੈਕਟਰਾਂ ਦੇ ਐਗਜ਼ਾਮੀਨੇਸ਼ਨ ਜਿਹੜੇ ਸਬ ਇੰਸਪੈਕਟਰਾਂ ਦੇ ਸੀਗੇ ਉਹ ਜਿਹੜੇ ਆਨਲਾਈਨ ਹੈਕ ਕੀਤੇ ਗਏ, ਇਹ ਸਭ ਦੇ ਜਿਹੜੇ ਤਾਰ ਹੈਗੇ ਨੇ ਹਰਿਆਣਾ ਦੇ ਕਈ ਇਲਾਕਿਆਂ ਦੇ ਨਾਲ ਜੁੜਦੇ ਨੇ। ਕਿਸ ਦਾ ਕੈਥਲ ਨਾਲ ਜੁੜ ਰਿਹਾ ਹੈ, ਸੋਨੀਪਤ ਰੋਹਤਕ ਦਾ ਇਲਾਕਾ ਇੱਕ ਫਰਟਾਈਲ ਬਰੀਡਿੰਗ ਗਰਾਊਂਡ ਰਿਹਾ ਹੈ ਇਸ ਮਾਫੀਆ ਦਾ, ਜੋ ਕਿ ਦੁਨੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਘੱਟੋ ਘੱਟ ਕਿਤੇ ਵੀ ਬੈਠ ਕੇ ਦੇਸ਼ ਦੇ ਵਿੱਚ ਮਾਫ ਕਰਨਾ ਕਿਤੇ ਵੀ ਕੋਈ ਐਗਜ਼ਾਮੀਨੇਸ਼ਨ ਹੋ ਰਿਹਾ ਹੋਵੇ, ਉਹਨਾਂ ਦੇ 'ਚ ਐਡੀ ਕੈਪੈਸਿਟੀ ਹੈ ਕਿ ਉਸ ਪੇਪਰ ਨੂੰ ਲੀਕ ਕਰਵਾ ਸਕਦੇ ਨੇ, ਮੈਨੀਪੂਲੇਟ ਕਰਵਾ ਸਕਦੇ ਨੇ, ਜੋ ਕਿ ਉਹ ਕਰਵਾਉਂਦੇ ਆਏ ਨੇ। ਬਹੁਤ ਸੇ ਐਗਜ਼ਾਮੀਨੇਸ਼ਨ ਤਾਂ ਅਜਿਹੇ ਨੇ ਜੋ ਕਿ ਕੰਡਕਟ ਹੋ ਗਏ, ਉਹਦੇ ਵਿੱਚ ਗੜਬੜੀਆਂ ਵੀ ਹੋਈਆਂ, ਲੇਕਿਨ ਉਸ ਮਾਮਲਿਆਂ ਦੇ ਵਿੱਚ ਗੱਲ ਕਿਤੇ ਪਹੁੰਚੀ ਨਹੀਂ। ਚੰਡੀਗੜ੍ਹ ਦੇ ਵਿੱਚ ਐਡੀਆਂ ਬਹੁਤ ਵੱਡੀਆਂ ਪੱਧਰ ਦੀਆਂ ਗੜਬੜੀਆਂ ਹੁੰਦੀਆਂ ਰਹੀਆਂ, ਕਈ ਸਾਲ ਤੱਕ ਹੁੰਦੀਆਂ ਰਹੀਆਂ। ਮਾਮਲਾ ਕ੍ਰਾਈਮ ਬ੍ਰਾਂਚ ਇਸ ਵਕਤ ਇਨਵੈਸਟੀਗੇਸ਼ਨ ਕਰਦੀ ਪਈ ਹੈ, ਲੇਕਿਨ ਕਈ ਸਾਲ ਓਵਰ ਅ ਪੀਰੀਅਡ ਆਫ ਟਾਈਮ ਅਜਿਹੀਆਂ ਨਿਯੁਕਤੀਆਂ ਹੋ ਗਈਆਂ, ਟੀਚਰਾਂ ਦੀਆਂ ਨਿਯੁਕਤੀਆਂ ਕਈ ਅਜਿਹੀਆਂ ਹੋਈਆਂ ਹੋਏ ਨੇ, ਗਲਤ ਜਿਹੜੇ ਲੋਕ ਹੈਗੇ ਨੇ ਉਹ ਨਿਯੁਕਤ ਹੋ ਕੇ ਕਰਟਸੀ ਦਿਸ ਪੇਪਰ ਲੀਕ ਮਾਫੀਆ ਕਈ ਸਾਲ ਚੁਣੇ ਜਾਂਦੇ ਰਹੇ। ਤੁਸੀਂ ਤਾਂ ਦੇਖੋ ਵੀ ਉਹ ਲੋਕ ਅੱਜ ਵੀ ਉਸ ਸਿਸਟਮ ਦਾ ਹਿੱਸਾ ਨੇ, ਇਨਵੈਸਟੀਗੇਸ਼ਨਾਂ ਚੱਲਦੀਆਂ ਪਈਆਂ ਨੇ। ਸੋ ਇਹਦਾ ਭਵਿੱਖ ਦੇ ਨਾਲ ਵਾਕਈ ਗੱਲ ਤਾਂ ਮੁੱਖ ਮੰਤਰੀ ਠੀਕ ਕਹਿ ਰਹੇ ਨੇ ਕਿ ਭਵਿੱਖ ਦੇ ਨਾਲ ਖਿਲਵਾੜ ਹੈ, ਲੇਕਿਨ ਭਵਿੱਖ ਦੇ ਨਾਲ ਖਿਲਵਾੜ ਕਰਨ ਕੌਣ ਦੇ ਰਿਹਾ? ਸਿੱਖਿਆ ਤੇ ਵਿੱਦਿਆ ਪ੍ਰਣਾਲੀ ਦੇ ਹੇਠ ਜਿਹੜਾ ਐਗਜ਼ਾਮੀਨੇਸ਼ਨ ਕੰਡਕਟ ਕਰਾਉਣ ਦਾ ਇੱਕ ਸਿਸਟਮ ਹੈ, ਉਸ ਨੂੰ ਲੈ ਕੇ ਇੱਕ ਵਿਸ਼ੇਸ਼ ਤੁਹਾਨੂੰ ਆਪਣੀ ਸੋਚ ਬਣਾਉਣੀ ਪਏਗੀ। ਉਸ ਨੂੰ ਲੈ ਕੇ ਇੱਕ ਅਲੱਗ, ਮੈਨੂੰ ਤਾਂ ਲੱਗਦਾ ਹੈ ਉਹਦੇ ਲਈ ਇੱਕ ਅਲੱਗ ਜਿਸ ਨੂੰ ਕਿਹਾ ਜਾਂਦਾ ਹੈ ਇੱਕ ਇੰਸਟਰੂਮੈਂਟ ਹੋਣਾ ਚਾਹੀਦਾ ਹੈ। ਉਸ ਨੂੰ ਲੈ ਕੇ ਕਾਨੂੰਨ ਹੋਰ ਵੀ ਸਖਤ ਹੋਣੇ ਚਾਹੀਦੇ ਨੇ। ਇਸ ਬਾਰੇ ਵੀ ਸਮਾਂ ਆ ਚੁੱਕਾ ਕਿ ਵਿਚਾਰ ਕੀਤਾ ਜਾਏ, ਕਿਉਂਕਿ ਇੱਕ ਸਟੇਟ ਜਾਂ ਕੋਈ ਵੀ ਸੂਬਾ ਬੈਕ ਟੂ ਬੈਕ ਇਸ ਚੀਜ਼ ਨੂੰ ਨਹੀਂ ਚੱਲ ਸਕਦਾ। ਇੰਨੇ ਪੇਪਰ ਲੀਕ, ਇੰਨੇ ਅਸਫਲ ਜਿਹੜੇ ਐਗਜ਼ਾਮੀਨੇਸ਼ਨ, ਤੁਸੀਂ ਦੇਖੋ ਵੀ ਪੇਪਰ ਲੀਕ ਹੁੰਦਾ ਹੈ ਤੇ ਉਹ ਪੇਪਰ ਅੱਗੇ ਟਲ ਜਾਂਦਾ, ਮੁਲਤਵੀ ਹੋ ਜਾਂਦਾ। ਹੁਣ ਤੁਸੀਂ ਜੇ ਪੁੱਛ ਕੇ ਵੇਖੋ ਜਿਹੜੇ ਪੁਰਾਣੇ ਮੁਲਤਵੀ ਪੇਪਰ ਹੋਏ ਇਹਨਾਂ ਕਾਰਨਾਂ ਕਰਕੇ, ਚਾਹੇ ਉਹ ਸਬ ਇੰਸਪੈਕਟਰਾਂ ਦਾ ਹੋਇਆ, ਚਾਹੇ ਉਹ ਨਾਇਬ ਤਹਿਸੀਲਦਾਰਾਂ ਦਾ, ਹੁਣ ਉਹਨਾਂ ਨੇ ਅਗਲੀ ਵਾਰ ਕਦੋਂ ਹੋਣਾ ਹੈ ਇਸ ਚੀਜ਼ ਦੀ ਕੋਈ ਤਰੀਕਾ ਤੱਕ ਨਹੀਂ ਹਜੇ ਤੱਕ ਕਲੀਅਰ ਹੋਣ ਗਿਆ। ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਉਮਰ ਲੰਘੀ ਜਾ ਰਹੀ ਹੈ। ਤੁਸੀਂ ਸਮਝ ਗਏ ਨਾ ਕਿ ਉਹਦੀ ਵੀ ਇੱਕ ਥ੍ਰੈਸ਼ਹੋਲਡ ਹੁੰਦਾ ਹੈ। ਉਹ ਵੀ ਸਾਰੀ ਉਮਰ ਤਾਂ ਨਹੀਂ ਬੈਠ ਕੇ ਪੇਪਰ ਦੇ ਸਕਦੇ ਨੇ ਕਿ ਇਸ ਚੀਜ਼ ਦੀ ਉਡੀਕ ਕਰਨ ਵੀ ਕਦੋਂ ਤੁਹਾਡਾ ਪੇਪਰ ਕੰਡਕਟ ਕਰਾਉਣ ਦਾ ਜਿਹੜਾ ਸਿਸਟਮ ਹੋਏਗਾ ਉਹ ਬਿਲਕੁਲ ਫੂਲ ਪ੍ਰੂਫ ਹੋਏਗਾ, ਤੇ ਉਸ ਤੋਂ ਬਾਅਦ ਉਹ ਜਦੋਂ ਵੀ ਆ ਕੇ ਦੇ ਸਕਦੇ ਨੇ। ਤੁਸੀਂ ਜਿਹੜੀ ਏਜ ਦੀ ਐਲੀਜੀਬਿਲਿਟੀ ਹੈ ਉਸ ਦੀ ਤਾਂ ਇੱਕ ਲਿਮਿਟ ਹੋਏਗੀ। ਸੋ ਉਹ ਸਾਰੇ ਫੈਕਟਰਸ ਹੁੰਦੇ ਨੇ ਜਿਸ ਦੇ ਨਾਲ ਯੁਵਾਵਾਂ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਦੀ ਫਰਸਟ੍ਰੇਸ਼ਨ ਹੈ। ਉਹ ਲੋਕ ਜੋ ਕਿ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਫਰਸਟ੍ਰੇਸ਼ਨ ਇਸ ਤਰੀਕੇ ਦੀ ਘਟਨਾਵਾਂ ਦੇ ਨਾਲ ਵੱਧਦੀ ਹੈ, ਤੇ ਸਰਕਾਰ ਨੂੰ ਇਸ ਬਾਰੇ ਕੋਈ ਢਾਂਚਾ ਤਿਆਰ ਕਰਨ ਦੀ ਲੋੜ ਹੈ। ਸਾਡੀ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਹੈ, ਸਿੱਖਿਆ ਵਿਭਾਗ ਹੈ, ਉਹ ਲਗਾਤਾਰ ਫੇਲ ਹੋਇਆ ਹੈ ਇਸ ਇਸ਼ੂ ਨੂੰ ਐਡਰੈਸ ਕਰਨ ਦੇ ਵਿੱਚ ਤੇ ਚੀਜ਼ਾਂ ਨੂੰ ਐਡਮਿਟ ਕਰਨ ਦੇ ਵਿੱਚ। ਮੈਨੂੰ ਲੱਗਦਾ ਵੱਡੇ ਵਿਆਪਕ ਪੱਧਰ ਉੱਤੇ ਸੁਧਾਰਾਂ ਦੀ ਲੋੜ ਹੈ। ਇੱਥੇ ਕ੍ਰਿਸ਼ਨ ਕੁਮਾਰ ਵਰਗੇ ਬਥੇਰੇ ਅਜਿਹੇ ਅਧਿਕਾਰੀ ਆਏ ਵੀ ਨੇ ਸਮੇਂ-ਸਮੇਂ ਉੱਤੇ ਜਿਨ੍ਹਾਂ ਨੂੰ ਬੜਾ ਕ੍ਰਾਂਤੀਕਾਰੀ ਮੰਨਿਆ ਗਿਆ ਐਜੂਕੇਸ਼ਨ ਡਿਪਾਰਟਮੈਂਟ ਦੇ ਪੱਖੋਂ, ਲੇਕਿਨ ਤੁਸੀਂ ਅੱਜ ਸਿਸਟਮ ਦਾ ਹਾਲ ਦੇਖੋ, ਗੱਲਬਾਤ ਉੱਥੇ ਦੀ ਉੱਥੇ ਹੀ ਖੜੀ ਹੈ। ਪੇਪਰ ਲੀਕ ਉਵੇਂ ਹੀ ਹੋ ਰਹੇ ਹੈਗੇ ਨੇ ਤੇ ਗਲਤੀਆਂ ਤਾਂ ਚਲੋ ਹੋ ਹੀ ਰਹੀਆਂ ਹੈਗੀਆਂ ਨੇ। ਸੋ ਦੋਸ਼ ਅਲੱਗ-ਅਲੱਗ ਕੇਸਾਂ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ, ਕਿਸੇ ਕੇਸ ਦੇ ਵਿੱਚ ਤੁਸੀਂ ਮਾਫੀਆ ਨੂੰ ਇਸ ਚੀਜ਼ ਦੀ ਜ਼ਿੰਮੇਵਾਰ ਠਹਿਰਾ ਸਕਦੇ ਹੋ, ਕਿਸੇ ਕੇਸ ਦੇ ਵਿੱਚ ਅਧਿਕਾਰੀਆਂ ਨੂੰ ਠਹਿਰਾ ਸਕਦੇ ਹੋ, ਲੇਕਿਨ ਇੱਕ ਕੌਨਫੀਡੈਂਸ ਜਿਹੜਾ ਹੈ
ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਉਹ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਉਹ ਕੌਨਫੀਡੈਂਸ ਸਿਰਫ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਨਹੀਂ ਬਲਕਿ ਪੂਰੇ ਸਾਡੇ ਸਿਸਟਮ ਦੇ ਵਿੱਚ ਘਟ ਰਿਹਾ ਹੈ ਤੇ ਯੁਵਾਵਾਂ ਦਾ ਕੌਨਫੀਡੈਂਸ ਘਟਣਾ ਇੱਕ ਪਲਾਇਨ ਦਾ ਵੀ ਬੜਾ ਵੱਡਾ ਕਾਰਨ ਬਣਦਾ ਪਿਆ ਜੋ ਸਾਨੂੰ ਸਭ ਨੂੰ ਅਲਾਰਮਿੰਗ ਲੱਗਦਾ ਪਿਆ ਲੇਕਿਨ ਅਸਲ ਉਸ ਦੀਆਂ ਵਜ੍ਹਾਵਾਂ ਇਹੀ ਨੇ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਇਸ ਸਾਰੇ ਮਸਲੇ ਉੱਤੇ ਚਾਨਣ ਪਾਉਣ ਵਾਸਤੇ, ਸਾਰੀ ਇਸ਼ੂ ਨੂੰ ਐਡਰੈਸ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।